ਹੈਲੋ ਐਂਡ ਵੈਲਕਮ ਟੂ ਦ YouTube ਚੈਨਲ ਲਰਨ ਵਿਦ ਹਰਵਿੰਦਰ ਸਰ। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 12th ਇੰਗਲਿਸ਼ ਦਾ ਚੈਪਟਰ ਜਿਸ ਦਾ ਨਾਮ ਹੈ ਥਿੰਕਿੰਗ ਆਊਟ ਆਫ ਦ ਬਾਕਸ ਲੈਟਰਲ ਥਿੰਕਿੰਗ ਇਜ਼ ਦੀ ਐਕਸਪਲੇਨੇਸ਼ਨ ਐਂਡ ਸਮਰੀ ਇਨ ਪੰਜਾਬੀ। ਆਓ ਸ਼ੁਰੂ ਕਰਦੇ ਹਾਂ ਪਾਰਟ ਥਿੰਕਿੰਗ ਆਊਟ ਆਫ ਦ ਬਾਕਸ ਲੈਟਰਲ ਥਿੰਕਿੰਗ। ਤੇ ਸਭ ਤੋਂ ਪਹਿਲਾਂ ਇਸ ਪਾਰਟ ਵਿੱਚ ਸਾਨੂੰ ਇੱਕ ਕਹਾਣੀ ਸੁਣਾਈ ਗਈ ਹੈ ਤੇ ਇਹ ਕਹਾਣੀ ਬਹੁਤ ਇੰਟਰਸਟਿੰਗ ਹੈ, ਬਹੁਤ ਹੀ ਧਿਆਨ ਨਾਲ ਸੁਣਨਾ। ਤੇ ਕਾਫੀ ਸਾਲ ਪਹਿਲਾਂ ਭਾਰਤ ਵਿੱਚ ਇੰਡੀਆ ਵਿੱਚ ਇੱਕ ਕਿਸਾਨ ਨੇ ਇੱਕ ਸ਼ਾਹੂਕਾਰ ਤੋਂ ਮਨੀ ਲੈਂਡਰ ਤੋਂ ਕਾਫੀ ਕਰਜ਼ਾ ਲਿਆ ਤੇ ਉਹ ਪੈਸੇ ਮੋੜ ਨਹੀਂ ਸੀ ਸਕਦਾ। ਤੇ ਸ਼ਾਹੂਕਾਰ ਹੈ ਉਹ ਓਲਡ ਐਂਡ ਅਗਲੀ ਸੀ, ਮੀਨਸ ਕਿ ਬੁੱਢਾ ਵੀ ਸੀ ਤੇ ਭੈੜਾ ਵੀ ਸੀ। ਤੇ ਉਹ ਕਿਸਾਨ ਦੀ ਧੀ ਉਸਦੀ ਬੇਟੀ ਨੂੰ ਚਾਹੁੰਦਾ ਸੀ। ਤੇ ਸ਼ਾਹੂਕਾਰ ਨੇ ਕਿਸਾਨ ਨੂੰ ਕਿਹਾ ਕਿ ਜੇ ਤੂੰ ਆਪਣੀ ਧੀ ਦਾ ਮੇਰੇ ਨਾਲ ਵਿਆਹ ਕਰਾ ਦੇਵੇਂਗਾ ਤਾਂ ਤੇਰਾ ਸਾਰਾ ਕਰਜ਼ਾ ਮਾਫ। ਤੇ ਉਸ ਤੋਂ ਬਾਅਦ ਉਹ ਕਹਿੰਦਾ ਲੈਟ ਪ੍ਰੋਵੀਡੈਂਸ ਡਿਸਾਈਡ ਦਾ ਮੈਟਰ, ਕਿ ਹੁਣ ਅਸੀਂ ਦੇਖਦੇ ਹਾਂ ਕਿ ਰੱਬ ਦੀ ਕੀ ਮਰਜ਼ੀ ਆ। ਤੇ ਸ਼ਾਹੂਕਾਰ ਨੇ ਇਹ ਕਿਹਾ ਕਿ ਉਹ ਇੱਕ ਮਨੀ ਬੈਗ ਵਿੱਚ ਇੱਕ ਥੈਲੇ ਵਿੱਚ ਇੱਕ ਕਾਲਾ ਪੱਥਰ ਅਤੇ ਇੱਕ ਚਿੱਟਾ ਪੱਥਰ ਪਾਵੇਗਾ ਤੇ ਕੁੜੀ ਨੂੰ ਇੱਕ ਪੱਥਰ ਕੱਢਣਾ ਪਵੇਗਾ। ਤੇ ਜੇ ਕੁੜੀ ਨੇ ਕਾਲਾ ਪੱਥਰ ਕੱਢਿਆ, ਬਲੈਕ ਪੈਬਲ ਕੱਢਿਆ, ਤਾਂ ਕੁੜੀ ਨੂੰ ਸ਼ਾਹੂਕਾਰ ਦੇ ਨਾਲ ਵਿਆਹ ਕਰਨਾ ਪਵੇਗਾ ਤੇ ਕਿਸਾਨ ਦਾ ਕਰਜ਼ਾ ਮਾਫ ਹੋ ਜਾਵੇਗਾ। ਤੇ ਜੇ ਚਿੱਟਾ ਪੱਥਰ ਨਿਕਲਿਆ, ਵਾਈਟ ਪੈਬਲ ਨਿਕਲਿਆ, ਤੇ ਵਿਆਹ ਨਹੀਂ ਕਰਨਾ ਪਵੇਗਾ ਤੇ ਕਰਜ਼ਾ ਵੀ ਮਾਫ ਹੋ ਜਾਵੇਗਾ। ਤੇ ਪਰ ਜੇ ਕੁੜੀ ਹੈ ਉਹ ਪੱਥਰ ਕੱਢਣ ਤੋਂ ਮਨਾ ਕਰ ਦਿੰਦੀ ਹੈ ਕਿ ਮੈਂ ਪੱਥਰ ਨਹੀਂ ਕੱਢਾਂਗੀ, ਤੇ ਫਾਦਰ ਨੂੰ ਕਿਸਾਨ ਨੂੰ ਜੇਲ੍ਹ ਹੋ ਜਾਏਗੀ। ਤੇ ਪਿਤਾ ਮੰਨ ਗਿਆ। ਤੇ ਉਹ ਤਿੰਨੇ ਜਣੇ ਕੌਣ ਫਾਰਮਰ, ਉਸਦੀ ਡਾਟਰ ਅਤੇ ਉਹ ਮਨੀ ਲੈਂਡਰ ਸ਼ਾਹੂਕਾਰ ਖੇਤਾਂ ਵਿੱਚ ਪੈਬਲ ਸਟੋਨ ਪਾਥ ਵਿੱਚ ਗਏ ਤੇ ਉਹ ਉਸ ਰਸਤੇ ਵਿੱਚ ਗਏ ਜਿੱਥੇ ਪੱਥਰ ਖਿਲਰੇ ਪਏ ਸਨ। ਤੇ ਹੁਣ ਹੋਇਆ ਕਿ ਸ਼ਾਹੂਕਾਰ ਨੇ ਦੋ ਕਾਲੇ ਪੱਥਰ ਬੈਗ ਵਿੱਚ ਪਾ ਲਏ ਤੇ ਕੁੜੀ ਨੇ ਇਹ ਦੇਖ ਲਿਆ ਕਿ ਉਸਨੇ ਕਾਲਾ ਇੱਕ ਚਿੱਟਾ ਪੱਥਰ ਪਾਣਾ ਸੀਗਾ ਸ਼ਾਹੂਕਾਰ ਨੇ, ਪਰ ਉਸਨੇ ਦੋ ਕਾਲੇ ਪੱਥਰ ਪਾ ਲਏ। ਤੇ ਹੁਣ ਕੁੜੀ ਨੇ ਦੇਖ ਲਿਆ ਤੇ ਹੁਣ ਜੇ ਕੁੜੀ ਪੱਥਰ ਕੱਢੂਗੀ ਤੇ ਕਾਲਾ ਪੱਥਰ ਹੀ ਨਿਕਲੂਗਾ। ਤੇ ਹੁਣ ਅਸੀਂ ਇਸ ਗੱਲ ਦੇ ਜੇ ਅਸੀਂ ਕੇਅਰਫੁਲ ਐਨਾਲਿਸਿਸ ਕਰੀਏ, ਲੌਜੀਕਲ ਥਿੰਕਿੰਗ ਕਰੀਏ ਤਾਂ ਤਿੰਨ ਪੋਸੀਬਿਲਿਟੀਜ਼ ਨਿਕਲਦੀਆਂ। ਤੇ ਪਹਿਲੀ ਪੋਸੀਬਿਲਿਟੀ ਤੇ ਹੈ ਕਿ ਕੁੜੀ ਪੱਥਰ ਚੁੱਕਣ ਤੋਂ ਹੀ ਮਨਾ ਕਰ ਦੇ ਕਿ ਮੈਂ ਪੱਥਰ ਕੱਢਣਾ ਹੀ ਨਹੀਂ। ਤੇ ਦੂਜੀ ਪੋਸੀਬਿਲਿਟੀ ਹੈ ਕਿ ਕੁੜੀ ਇਹ ਸ਼ੋ ਕਰ ਦੇਵੇ ਕਿ ਮਨੀ ਲੈਂਡਰ ਹੈ ਜਿਹੜਾ ਸ਼ਾਹੂਕਾਰ ਹੈ ਉਹ ਚੀਟ ਹੈ ਤੇ ਉਸਨੇ ਬੈਗ ਵਿੱਚ ਦੋ ਕਾਲੇ ਪੱਥਰ ਹੀ ਪਾਏ ਹਨ। ਤੇ ਤੀਜੀ ਪੋਸੀਬਿਲਿਟੀ ਹੈ ਕਿ ਉਹ ਚੁੱਪਚਾਪ ਕਾਲਾ ਪੱਥਰ ਕੱਢ ਲੇ, ਆਪਣੇ ਪਿਤਾ ਨੂੰ ਕਰਜ਼ੇ ਤੋਂ ਬਚਾ ਲੇ ਤੇ ਸ਼ਾਹੂਕਾਰ ਦੇ ਨਾਲ ਵਿਆਹ ਕਰ ਲਵੇ। ਤੇ ਹੁਣ ਤੁਸੀਂ ਆਪ ਸੋਚੋ ਕਿ ਜੇ ਤੁਸੀਂ ਉਸ ਕੁੜੀ ਦੇ ਬਦਲੇ ਹੁੰਦੇ, ਕੁੜੀ ਦੀ ਥਾਂ ਹੁੰਦੇ ਤਾਂ ਤੁਸੀਂ ਕੀ ਕਰਦੇ। ਤੇ ਪਹਿਲਾਂ ਆਪ ਸਾਰੇ ਵਿਦਿਆਰਥੀ ਸੋਚ ਲਓ, ਫਿਰ ਅਸੀਂ ਇਸ ਨੂੰ ਡਿਸਕਸ ਕਰਦੇ ਹਾਂ। ਠੀਕ ਹੈ ਜੀ। ਤੇ ਹੁਣ ਜਦੋਂ ਅਸੀਂ ਪਹਿਲਾਂ ਆਪਣੇ ਸਟੂਡੈਂਟਸ ਤੋਂ ਪੁੱਛਿਆ ਸੀਗਾ ਕਿ ਮੋਸਟ ਆਫ ਦਾ ਸਟੂਡੈਂਟਸ ਨੇ ਸੈਕਿੰਡ ਆਪਸ਼ਨ ਨੂੰ ਚੁਣਿਆ ਕਿ ਕੁੜੀ ਇਹ ਸ਼ੋ ਕਰਦੇ ਕਿ ਮਨੀ ਲੈਂਡਰ ਇੱਕ ਚੀਟ ਹੈ ਤੇ ਉਸਨੇ ਦੋ ਕਾਲੇ ਪੱਥਰ ਪਾਏ ਹਨ। ਤੇ ਹੁਣ ਅਸੀਂ ਇੱਕ ਪੋਸੀਬਿਲਿਟੀ ਦਾ ਆਊਟਕਮ ਹੈ ਉਹ ਦੇਖਦੇ ਹਾਂ। ਤੇ ਜੇ ਕੁੜੀ ਪੱਥਰ ਚੁੱਕਣ ਤੋਂ ਮਨਾ ਕਰਦੇ ਤੇ ਉਸਦੇ ਫਾਦਰ ਨੂੰ ਜੇਲ੍ਹ ਜਾਣਾ ਪਵੇਗਾ। ਤੇ ਦੂਜੀ ਪੋਸੀਬਿਲਿਟੀ ਹੈ ਜਿਹੜੀ ਮੋਸਟ ਆਫ ਦਾ ਸਟੂਡੈਂਟਸ ਨੇ ਇਹ ਸੋਚਿਆ ਕਿ ਕੁੜੀ ਇਹ ਸ਼ੋ ਕਰਦੇ ਕਿ ਮਨੀ ਲੈਂਡਰ ਇੱਕ ਚੀਟ ਹੈ ਕਿ ਦੋਵੇਂ ਕਾਲੇ ਪੱਥਰ ਹੀ ਬੈਗ ਵਿੱਚ ਹਨ। ਤੇ ਇਸ ਕੇਸ ਵਿੱਚ ਕੀ ਹੋਏਗਾ, ਜਿਹੜਾ ਮਨੀ ਲੈਂਡਰ ਹੈ ਸ਼ਾਹੂਕਾਰ ਹੈ ਉਸਦੀ ਈਗੋ ਹਰਟ ਹੋ ਜਾਵੇਗੀ ਤੇ ਉਸਦੇ ਪਿਤਾ ਨੂੰ ਜੇਲ੍ਹ ਜਾਣਾ ਪਵੇਗਾ, ਉਹ ਪਿਤਾ ਨੂੰ ਜੇਲ੍ਹ ਕਰਾ ਦੇਵੇਗਾ। ਤੇ ਤੀਜੀ ਪੋਸੀਬਿਲਿਟੀ ਦੇ ਅਕੋਰਡਿੰਗ ਜੇ ਉਹ ਕਾਲਾ ਪੱਥਰ ਚੁੱਪਚਾਪ ਚੱਕ ਲਵੇ ਤਾਂ ਉਸਦੀ ਪੂਰੀ ਜ਼ਿੰਦਗੀ ਹੈ, ਕੁੜੀ ਦੀ ਪੂਰੀ ਜ਼ਿੰਦਗੀ ਉਹ ਬਰਬਾਦ ਹੋ ਜਾਏਗੀ। ਤੇ ਇਹ ਜਿਹੜਾ ਡਾਇਲਮ ਹੈ, ਜਿਹੜੀ ਦੁਵਿਧਾ ਹੈ, ਲੌਜੀਕਲ ਥਿੰਕਿੰਗ ਤੋਂ ਸੋਲਵ ਹੀ ਨਹੀਂ ਹੋ ਸਕਦੀ। ਤੇ ਕੁੜੀ ਨੇ ਕੀ ਕੀਤਾ, ਧਿਆਨ ਨਾਲ ਸੁਣਨਾ, ਬਹੁਤ ਇੰਟਰਸਟਿੰਗ ਕੰਮ ਕੀਤਾ ਕੁੜੀ ਨੇ। ਤੇ ਕੁੜੀ ਨੇ ਪੱਥਰ ਚੁੱਕਿਆ ਤੇ ਬਿਨਾਂ ਦੇਖੇ ਉਹ ਬਾਕੀ ਪੱਥਰਾਂ ਵਿੱਚ ਸੁੱਟ ਦਿੱਤਾ ਕਿ ਕੁੜੀ ਨੇ ਪੱਥਰ ਚੁੱਕਿਆ ਤੇ ਦੇਖਿਆ ਨਹੀਂ ਕਿ ਕਿਹੜਾ ਪੱਥਰ ਹੈ, ਪੱਥਰ ਦਾ ਕਿਹੜਾ ਰੰਗ ਹੈ, ਕਿਸੇ ਨੇ ਨਹੀਂ ਦੇਖਿਆ ਤੇ ਉਸਨੇ ਬਾਕੀ ਪੱਥਰਾਂ ਵਿੱਚ ਉਸ ਪੱਥਰ ਨੂੰ ਸੁੱਟ ਦਿੱਤਾ। ਤੇ ਹੁਣ ਕੁੜੀ ਉਸ ਤੋਂ ਬਾਅਦ ਕਹਿੰਦੀ ਹੈ ਓ ਹਾਊ ਕਲਮਜ਼ੀ ਆਫ ਮੀ, ਕਿ ਮੈਂ ਕਿੰਨਾ ਬੇਢੰਗਾ ਔਕਵਰਡ ਕੰਮ ਕੀਤਾ। ਪਰ ਕੋਈ ਗੱਲ ਨਹੀਂ, ਜੇ ਅਸੀਂ ਇਹ ਦੇਖ ਲਵਾਂਗੇ ਕਿ ਕਿਹੜਾ ਪੱਥਰ ਬਚਿਆ ਤਾਂ ਇਹ ਪਤਾ ਲੱਗ ਜਾਊਗਾ ਕਿ ਮੈਂ ਕਿਹੜਾ ਪੱਥਰ ਚੁੱਕਿਆ ਸੀ। ਤੇ ਇਸ ਤੋਂ ਬਾਅਦ ਦੇਖਿਆ ਗਿਆ ਕਿ ਬੈਗ ਵਿੱਚ ਕਿਹੜਾ ਪੱਥਰ ਬਚਿਆ ਤੇ ਦੇਖਿਆ ਕਿ ਕਾਲਾ ਪੱਥਰ ਬਚਿਆ। ਤਾਂ ਇਹ ਮੰਨਿਆ ਗਿਆ ਕਿ ਕੁੜੀ ਨੇ ਚਿੱਟਾ ਪੱਥਰ ਚੁੱਕਿਆ ਸੀ। ਤੇ ਹੁਣ ਚਿੱਟੇ ਪੱਥਰ ਵਾਲੇ ਕੀ ਕੰਡੀਸ਼ਨ ਸੀ ਕਿ ਕੁੜੀ ਨੂੰ ਵਿਆਹ ਨਹੀਂ ਕਰਨਾ ਪਵੇਗਾ ਤੇ ਉਸਦੇ ਪਿਤਾ ਦਾ ਕਰਜ਼ਾ ਵੀ ਮਾਫ ਹੋ ਜਾਵੇਗਾ ਤੇ ਸ਼ਾਹੂਕਾਰ ਆਪਣੀ ਬੇਈਮਾਨੀ ਬਾਰੇ ਕਿਸੇ ਨੂੰ ਦੱਸ ਵੀ ਨਹੀਂ ਸੀ ਸਕਦਾ। ਤੇ ਇਸ ਤਰ੍ਹਾਂ ਇੱਕ ਇੰਪੋਸੀਬਲ ਸਿਚੁਏਸ਼ਨ ਤੋਂ ਉਸ ਕੁੜੀ ਨੇ ਆਪਣੇ ਆਪ ਨੂੰ ਤੇ ਆਪਣੇ ਪਿਤਾ ਨੂੰ ਇੰਨੀ ਜ਼ਿਆਦਾ ਮੁਸ਼ਕਿਲ ਨਾਲ, ਇੰਪੋਸੀਬਲ ਸਿਚੁਏਸ਼ਨ ਨਾਲ ਲੈਟਰਲ ਥਿੰਕਿੰਗ ਦੀ ਮਦਦ ਦੇ ਨਾਲ ਬਾਹਰ ਕੱਢ ਦਿੱਤਾ। ਤੇ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਔਖੀ ਤੋਂ ਔਖੀ ਪ੍ਰੋਬਲਮ, ਔਖੀ ਤੋਂ ਔਖੀ ਮੁਸੀਬਤ ਦਾ ਵੀ ਸੋਲੂਸ਼ਨ ਹੁੰਦਾ। ਇਸ ਲਈ ਸਾਨੂੰ ਆਊਟ ਆਫ ਦਾ ਬਾਕਸ ਥਿੰਕ ਕਰਨਾ ਪੈਂਦਾ, ਸਾਨੂੰ ਲੈਟਰਲ ਥਿੰਕਿੰਗ ਕਰਨੀ ਪੈਂਦੀ ਹੈ। ਤੇ ਹੁਣ ਅਸੀਂ ਕਾਫੀ ਗੱਲਾਂ ਕਰ ਲਈਆਂ ਤੇ ਉਦਾਹਰਨ ਵੀ ਕਰ ਲਈ ਤੇ ਆਪ ਸਾਰਿਆਂ ਨੂੰ ਹੁਣ ਪਤਾ ਵੀ ਲੱਗਿਆ ਹੋਣਾ ਕਿ ਲੈਟਰਲ ਥਿੰਕਿੰਗ ਕੀ ਹੁੰਦਾ, ਬਟ ਇਸ ਦੀ ਐਕਚੁਅਲ ਡੈਫੀਨੇਸ਼ਨ ਕੀ ਹੈ, ਲੈਟਰਲ ਥਿੰਕਿੰਗ ਕੀ ਹੈ। ਤੇ ਇਸ ਬਾਰੇ ਲਿਖਿਆ ਗਿਆ ਕਿ ਲੈਟਰਲ ਥਿੰਕਿੰਗ ਇਜ਼ ਕ੍ਰੀਏਟਿਵ ਔਰ ਨॉन ਲੀਨੀਅਰ ਥਿੰਕਿੰਗ, ਇਟ ਇਜ਼ ਥਿੰਕਿੰਗ ਡਿਫਰੈਂਟਲੀ ਔਰ ਡੂਇੰਗ ਸਮਥਿੰਗ ਡਿਫਰੈਂਟ। ਤੇ ਲੈਟਰਲ ਥਿੰਕਿੰਗ ਕੀ ਹੈ? ਥਿੰਕਿੰਗ ਡਿਫਰੈਂਟਲੀ, ਕੁਝ ਹਟ ਕੇ ਸੋਚਣਾ ਜਾਂ ਡੂਇੰਗ ਸਮਥਿੰਗ ਡਿਫਰੈਂਟ, ਕੁਝ ਹਟ ਕੇ ਕਰਨਾ। ਡੂਇੰਗ ਸਮਥਿੰਗ ਡੈਟ ਮਾਈਟ ਬੀ ਨੋਵੈਲ, ਨੋਵੈਲ ਦਾ ਅਰਥ ਹੁੰਦਾ ਨਵੀਨ, ਪੰਜਾਬੀ ਵਿੱਚ ਅਸੀਂ ਕਹਿ ਸਕਦੇ ਹਾਂ ਨਵੀਨ, ਤੇ ਇੰਗਲਿਸ਼ ਵਿੱਚ ਨੋਵੈਲ ਦਾ ਅਰਥ ਹੁੰਦਾ ਨਿਊ ਐਂਡ ਡਿਫਰੈਂਟ। ਕੁਝ ਨਿਊ ਐਂਡ ਡਿਫਰੈਂਟ ਕਰਨਾ, ਕੁਝ ਨਵੀਨ ਕਰਨਾ, ਕੁਝ ਨੋਵੈਲ ਕਰਨਾ।
एंड अनकन्वेंशनल, कुछ परंपरा तो हट के करना, कुछ अपरंपरागत करना, तो इसमें लैटरल थिंकिंग कहा जाता। तो इस तो बाद सानू दस्सिया गया कि एडवर्ड डी बोनो ने इस आइडिया ਨੂੰ ਪ੍ਰੋਪੋਗੇਟ ਕੀਤਾ कि ਲੋਕਾਂ ਦੇ ਸਾਹਮਣੇ ਲੈਟਰਲ ਥਿੰਕਿੰਗ ਦਾ ਆਈਡੀਆ ਲੈ ਕੇ ਆਇਆ ਸੀਗਾ ਐਡਵਰਡ ਡੀ ਬੋਨੋ। ਤੇ ਲੈਟਰਲ ਥਿੰਕਿੰਗ ਦਾ ਆਈਡੀਆ ਕੌਣ ਲੈ ਕੇ ਆਇਆ, ਇਸ ਦਾ ਕੁਐਸਚਨ ਬਣਦਾ ਤੇ ਇਸ ਦਾ ਉੱਤਰ ਹੈ ਐਡਵਰਡ ਡੀ ਬੋਨੋ। ਤੇ ਹੁਣ ਐਡਵਰਡ ਡੀ ਬੋਨੋ ਕਹਿੰਦੇ ਨੇ ਕਿ ਇੰਟੈਲੀਜੈਂਸ ਇਜ਼ ਅ ਪੋਟੈਂਸ਼ੀਅਲ ਦੈਟ ਆਲ ਆਫ ਅਸ ਹੈਵ ਕਿ ਸਾਡੇ ਸਾਰਿਆਂ ਕੋਲ ਇੰਟੈਲੀਜੈਂਸ ਸਮਝ ਉਹ ਹੁੰਦੀ ਹੈ। ਐਂਡ ਥਿੰਕਿੰਗ ਇਜ਼ ਅ ਸਕਿੱਲ ਟੂ ਯੂਜ਼ ਦੈਟ ਪੋਟੈਂਸ਼ੀਅਲ ਵੈਲ कि जिमें सोचना एक स्किल है, एक हुनर है, जिस नाल कि सोचना एक स्किल है, एक हुनर है जिस नाल असी अपनी समझ नूं चंगी तरह यूज़ कर सकते हैं। इट चैनल्स आर इंटैलीजेंस एप्रोप्रिएटली, तो थिंकिंग साडी इंटैलीजेंस नूं सही रस्ते लैके जाती है। तो इस तो बाद वो कहते हैं कि वन मे बी ए गुड थिंकर विदाउट बीइंग एन इंटैलेक्चुअल एंड वाइस वर्सा। तो इंटैलेक्चुअल का अर्थ होंगे चंगी समझ वाला, कि कोई बंदा इस तरह भी हो सकता कि वो इंटैलेक्चुअल ना हो, चंगी समझ वाला ना हो, तो वो गुड थिंकर होए, तो बहुत वधिया सोचता हो। तो इस तो वाइस वर्सा भी हो सकता कि कोई गुड थिंकर होए पर वो इंटैलेक्चुअल ना होए। तो इस तो बाद सानू एक होर कहानी दसी गई है कि जिमें पहला असीं कहानी पढ़ी सी फार्मर के बारे, तो हुण सानू एक मिलीयनेयर की कहानी दसी गई है। तो एक मिलीयनेयर है जिसका नाम थॉमस है, वो अमेरिका के एक बैंक में जाता है, तो वो बैंक वालिਆਂ ਨੂੰ अपनी अमीरी के बारे नहीं दसदा, तो यह कहता कि मैनू छोटा जिहा $5000 का लोन चाहिए क्योंकि उसने कुछ हफ्तिਆਂ ਲਈ बाहर जाना है। तो जोड़ा बैंक है कोई ना कोई सिक्योरिटी रखते हैं फिर ही लोन देंगे, तो बैंक का रूल होंगे कि बिना सिक्योरिटी के जोड़ा लोन है वो नहीं देंगे। तो मिलीयनेयर को एक फरैरी कार सी, तो उसने अपनी फरैरी सिक्योरिटी के रूप में रख दी। तो फरैरी कार बहुत महंगी है, तो लोन चाहिए उन्होंने सिर्फ $5000 का। तो उस तो बाद की होंगे गड्डी के डॉकूमेंट्स वेरीफाई किए जाते हैं, तो मिलीयनेयर नूं लोन है वो मिल जाता है। तो हुण वो बैंक के अंडरग्राउंड गैराज में जी गड्डी पार्क हो जाती है, तो बैंक इंपलॉय थॉमस नूं कहता है कि तुहाडी गड्डी है कि गैरेज में सेफ रहूगी। तो 2 हफ्ते बाद की होंगे, 2 हफ्ते बाद जो थॉमस वापस आता है तो वह लोन रीपे करता है, $5000 का लोन है वापस करता है, तो $15 का उसको इंटरस्ट भी देना पैंदा, ब्याज भी देना पैंदा, तो गड्डी की चाबी है गड्डी की चाबी लै लैंदा। तो उस तो बाद लोन ऑफिसर उसनों कहता है कि असीं तुहाडा बैकग्राउंड है चैक किया, तो बैंक वाले बैकग्राउंड वेरीफिकेशन करते हैं, तो बैंक का रूल होंदा है। तो उसनों लोन ऑफिसर नूं यह पता लगा कि जिहड़ा थॉमस है वन ऑफ द वेल्दीएस्ट मैन इन अमेरिका, कि अमेरिका के सब तो अमीर बंदियां विचों एक है। तो उसनों पूछता है कि तुहानूं $5000 के छोटे जिहे लोन की लोड़ क्यों पै गई। तो थॉमस यह कहता कि तुसीं यह दसो कि मैं सिर्फ $15 विच अपनी नवीं फरैरी नूं नवीं न्यूयॉर्क सिटी के सेंटर विच मिडल विच किस तरह सेफली पार्क कर सकदा सी, ते यह भी उम्मीद करदा कि मैनूं गड्डी टॉप कंडीशन विच मिले। तो हुण सानूं यह पता लग्या कि उसने लोन क्यों लिया। उसने लोन यह लिया कि उसनूं पैसों की लोड़ तो बिल्कुल नहीं सी, उसने अपनी गड्डी नूं सेफली पार्क करना सीगा क्योंकि वो बाहर जा रहा सीगा। तो उसने अपनी गड्डी नूं सेफ रखने लई लोन लिया, तो सिर्फ $15 विच उसने अपनी गड्डी नूं सेफ रखा। तो यह उस मिलीयनेयर की थॉमस की लैटरल थिंकिंग सी। तो उस तो बाद सानूं यह दस्सिया गया कि क्रिकेट की खेड विच भी लैटरल थिंकिंग देखी जा सकती है। तो हुण डे नाइट मैचेस भी आ चुके हैं, तो पहला सिर्फ रैड बॉल नाल क्रिकेट खेली जाती सी, तो हुण कलरफुल बॉल्स भी आ गई हैं, तो हुण डे नाइट मैचेस भी आ गए हैं, कलरफुल क्लोथिंग भी आ गई है। तो कैरी पैकर ने जो आइडिया कैरी पैकर ने क्रिकेट में कलरफुल क्लोथिंग कलरफुल बॉल्स का जो आइडिया है वो इंट्रोड्यूस किया, पूरी दुनिया ने उसनों अडॉप्ट किया। तो हुण आस्ट्रेलिया भी क्रिकेट में की इनोवेशन लैके आया, की लैटरल थिंकिंग लैके आया कि उसने टेस्ट और वनडे टीमों वास्ते वक्-वक् कप्तान बनाए, अलग अलग कप्तान बनाए। तो हुण तो T20 मैचेस भी आ गए हैं जो कि बहुत ज़्यादा पॉपुलर हैं। तो उस तो बाद सानूं यह दस्सिया गया कि एडवर्ड डी बोनो ने जिन्हों ने लैटरल थिंकिंग का आइडिया लोगों के सामने रखा, वो यह कहते सन कि जिस तरह चैस विच कुछ पीजेस होंगे हैं तो एक पर्टिकुलर चाल चलते हैं, जिवें कि होंगे कि हाथी एक पर्टिकुलर चाल चल सकता है, घोड़े की एक वक्री चाल होंगी, एक पर्टिकुलर चाल होंगी है, पैदा भी एक पर्टिकुलर चाल चलता है। इस तरह रियल लाइफ विच भी साडे मन में कुछ परसैप्शन का मतलब होंदा धारणा, कुछ कंसैप्ट, कुछ संकल्प और कुछ बाउंड्रीज, कुछ सीमावां होंदियां हन कि साडे मन में कई परसैप्शनस होंदे हन, कई कंसैप्ट्स होंदे हन और कुछ सीमावां होंदियां हन, तो असीं इन्हां दे अकॉर्डिंगली ही काम करते हैं। तो क्रिएटिव थिंकिंग की है, क्रिएटिव थिंकिंग इज़ नॉट प्लेइंग विद एग्जिस्टिंग पीसेस बट सीकिंग द चेंज इन दोज वैरी पीसेस। तो क्रिएटिव थिंकिंग की है कि सानू उन्हां कंसैप्ट्स विच, उन्हां सीमावां विच या उन्हां परसैप्शनस विच सानू बदलाव की जरूरत है, तो यही क्रिएटिव थिंकिंग है। तो दोस्तों
ਇਹ ਸੀਗਾ ਤੁਹਾਡਾ ਪਾਰਟ ਥਿੰਕਿੰਗ ਆਊਟ ਆਫ ਦਾ ਬਾਕਸ ਲੈਟਰਲ ਥਿੰਕਿੰਗ ਤੇ ਇਹ ਨੈਟ ਵਿੱਚੋਂ ਇੱਕ ਆਰਟੀਕਲ ਵਿੱਚੋਂ ਅਡਾਪਟ ਕੀਤਾ ਗਿਆ ਹੈ ਤੇ ਜਿਹੜੀ ਲੈਟਰਲ ਥਿੰਕਿੰਗ ਦਾ ਕਨਸੈਪਟ ਹੈ ਦੁਨੀਆ ਦੇ ਸਾਹਮਣੇ ਕੌਣ ਲੈ ਕੇ ਆਇਆ ਸੀਗਾ ਐਡਵਰਡ ਡੀ ਬੋਨੋ। ਤੇ ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਜਿਹੜਾ ਚੈਪਟਰ ਹੈ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਅਗਲੇ ਵੀਡੀਓ ਵਿੱਚ ਅਸੀਂ ਇਸ ਦੇ ਕੁਐਸਚਨ ਆਨਸਰਸ ਕਰਾਂਗੇ। ਉਸ ਵੀਡੀਓ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਦਿੱਤਾ ਗਿਆ ਹੈ ਤੇ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਵੀ ਆ ਰਿਹਾ ਹੋਵੇਗਾ। ਹੁਣ ਦਿਓ ਆਪਣੇ ਅਧਿਆਪਕ ਸਰਦਾਰ ਹਰਵਿੰਦਰ ਸਿੰਘ ਨੂੰ ਇਜਾਜ਼ਤ। ਸਤਿ ਸ੍ਰੀ ਅਕਾਲ।